हाय एवरीवन सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਆਪੋ ਆਪਣੇ ਘਰਾਂ 'ਚ ਠੀਕ ਹੋਵੋਗੇ। ਅੱਜ ਦਾ ਵੀਡੀਓ ਬਹੁਤ ਇੰਟਰਸਟਿੰਗ ਬਣਾਉਂਗਾ। ਬਹੁਤ ਟਾਈਮ ਬਾਅਦ ਵੀਡੀਓਜ਼ ਨੂੰ ਹੁਣ ਬਣਾਉਣਾ ਮੈਂ। ਰੀਜ਼ਨ ਇਹ ਹੈ ਕਿ ਮੈਂ ਬਾਕੀ ਦੀਆਂ ਜੋ ਵੀਡੀਓਜ਼ ਨੇ ਮੈਂ ਬੱਚਿਆਂ ਨੂੰ ਟਾਈਮ ਦਿੰਦਾ ਕਿ ਤੁਸੀਂ ਉਹਨਾਂ ਨੂੰ ਦੇਖੋ ਤੇ ਬਹੁਤ ਬੱਚਿਆਂ ਦੇ ਮੈਸੇजेस ਇਸ ਤਰੀਕੇ ਨਾਲ ਆਉਂਦੇ ਆ ਕਿ ਸਰ ਤੁਹਾਡੀਆਂ ਵੀਡੀਓਜ਼ ਨੂੰ ਦੇਖ ਦੇਖ ਕੇ ਸਾਡਾ ਸਕੋਰ ਬਹੁਤ ਸੋਹਣਾ ਆਇਆ। ਮੈਂ ਸਾਰੀ ਉਮਰ ਤੁਹਾਡਾ ਰੇਣੀ ਰਹੂੰਗਾ, ਤੁਸੀਂ ਇੰਨਾ ਪਿਆਰ ਕਰਦੇ ਹੋ। ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਮੇਰੇ ਭੈਣ ਭਰਾ ਮੇਰੇ ਦੋਸਤ ਮਿੱਤਰ ਬੈਠੇ ਆ, ਮੇਰੀਆਂ ਵੀਡੀਓਜ਼ ਨੂੰ ਦੇਖਦੇ ਆ, ਪਸੰਦ ਕਰਦੇ ਆ, ਹੋਰਾਂ ਤੱਕ ਵੀ ਪਹੁੰਚਾਉਂਦੇ ਆ, ਸਬਸਕ੍ਰਾਈਬਰ ਕਰਦੇ ਆ, ਮੇਰੇ ਵੱਲੋਂ ਦਿਲੋਂ ਪਿਆਰ ਤੇ ਦਿਲੋਂ ਸਤਿਕਾਰ। ਅੱਜ ਦੀ ਕਲਾਸ ਬਹੁਤ ਇੰਟਰਸਟਿੰਗ ਪੈਦਾ ਕਰੂੰਗਾ ਮੈਂ। ਦੇਖੋ ਜਦੋਂ ਵੀ ਇੱਕ ਮੋਡਿਊਲ ਦੀ ਗੱਲ ਕਰਦੇ ਆ ਤਾਂ ਰੀਡਿੰਗ ਨੂੰ ਸੁਣਦੇ ਸਾਰ ਸਾਡੇ ਬਹੁਤ ਦੇ ਦਿਮਾਗ ਦੇ ਵਿੱਚ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ। ਰੀਡਿੰਗ ਉਦੋਂ ਬਹੁਤ ਸੋਹਣੀ ਲੱਗਦੀ ਹੈ ਜਦੋਂ ਰੀਡਿੰਗ ਦੇ ਆਨਸਰ ਨੇ ਜਿਹੜੇ ਲੱਭਦੇ ਨੇ, ਪਰ ਜਦੋਂ ਰੀਡਿੰਗ ਦੇ ਆਨਸਰ ਲੱਭਣੇ ਬੰਦ ਤਾਂ ਰੀਡਿੰਗ ਬਹੁਤ ਜ਼ਿਆਦਾ ਬੋਰਿੰਗ ਹੋ ਜਾਂਦੀ ਹੈ। ਤੁਸੀਂ ਯਕੀਨ ਕਰੋ ਮੈਂ ਆਪਣੀ ਕਲਾਸ ਨੂੰ ਇਸ ਤਰੀਕੇ ਨਾਲ ਬਣਾਉਂਗਾ, ਚਾਹੇ ਵੀਡੀਓ ਜਿੰਨਾ ਮਰਜ਼ੀ ਲੰਬਾ ਹੋਵੇ ਨਾ ਹੋਵੇ, ਪਰ ਇੱਕ ਵੀਡੀਓ ਨੂੰ ਦੇਖਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਆਇਲਸ ਦਾ ਇੱਕ ਸਟੈਪ ਉੱਪਰ ਲੈ ਗਏ। ਮੈਂ ਕੋਸ਼ਿਸ਼ ਕਰੂੰਗਾ, ਕੋਸ਼ਿਸ਼ ਵੀ ਕੀ ਬਹੁਤ ਵਧੀਆ ਤਰੀਕੇ ਨਾਲ ਇਹ ਚੀਜ਼ ਸੋਚੂੰਗਾ। ਮੈਂ ਲਿਸਟ ਆਫ ਹੈਡਿੰਗ ਪੜਾਉਂਗਾ ਤੇ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਲਿਸਟ ਆਫ ਹੈਡਿੰਗ ਆਇਲਸ ਦੇ ਵਿੱਚ ਰੀਡਿੰਗ ਦੇ ਵਿੱਚ ਥੋੜੇ ਲੈਂਥੀ ਜ਼ਰੂਰ ਹੁੰਦੇ ਆ। ਬਹੁਤ ਬੱਚੇ ਦੇ ਮਨ 'ਚ ਖਿਆਲ ਪਤਾ ਕਹੇ ਜਿਹੇ ਹੁੰਦੇ ਆ, ਸਰ ਜੇ ਟਰਾਂਸਲੇਸ਼ਨ ਨਾ ਹੋਈ ਫਿਰ ਕੀ ਕਰਾਂਗੇ, ਸਰ ਜੇ ਟੌਪਿਕ ਬਾਰੇ ਨਾ ਪਤਾ ਹੋਇਆ ਫਿਰ ਕੀ ਕਰਾਂਗੇ। ਤੁਸੀਂ ਬਹੁਤ ਸੌਖੇ ਤਰੀਕੇ 'ਚ ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਬੱਚਾ ਇੱਕੋ ਸਟਰੀਮ ਦਾ ਪੜ੍ਹਿਆ ਹੋ ਸਕਦਾ ਹੈ, ਸ਼ਾਇਦ ਉਹ ਆਰਟਸ ਦਾ ਪੜ੍ਹਿਆ ਹੋਵੇ, ਸ਼ਾਇਦ ਉਹ ਮੈਡੀਕਲ ਦਾ, ਸ਼ਾਇਦ ਨਾਨ ਮੈਡੀਕਲ ਦਾ, ਪਰ ਟੌਪਿਕ ਆਇਲਸ ਦਾ ਕਿਸੇ ਨੂੰ ਨਾ ਤਾਂ ਕੁਆਲੀਫਿਕੇਸ਼ਨ ਦੇਖ ਕੇ ਆਉਂਦਾ ਤੇ ਨਾ ਕੋਈ ਉਹਦੀ ਸਟਰੀਮ ਦੇਖ ਕੇ ਆਉਂਦਾ। ਅੱਜ ਮੈਂ ਤੁਹਾਨੂੰ ਲਿਸਟ ਆਫ ਹੈਡਿੰਗ ਪੜਾਉਂਗਾ ਬਹੁਤ ਸੌਖੇ ਤਰੀਕੇ ਨਾਲ। ਮਤਲਬ ਇੱਕ ਸਾਈਡ ਤੇ ਮੈਂ ਆਪਣੀ ਫੋਟੋ ਰੱਖੂੰਗਾ ਤੇ ਇੱਕ ਸਾਈਡ ਤੇ ਮੈਂ ਪ੍ਰੋਪਰਲੀ ਲਿਸਟ ਆਫ ਹੈਡਿੰਗ ਨੂੰ ਚਲਾਉਂਗਾ। ਜਿਵੇਂ ਦਾ ਮੈਂ ਤਰੀਕਾ ਤੁਹਾਨੂੰ ਸਿਖਾਉਂਗਾ, ਜੇ ਤੁਸੀਂ ਉਹਨੂੰ ਫੋਲੋ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਪੇਪਰ ਹੈ ਜਿਹੜਾ ਉਹ ਬਹੁਤ ਸੌਖੇ ਤਰੀਕੇ ਨਾਲ ਫਸਟ ਅਟੈਂਪਟ ਦੇ ਵਿੱਚ ਕਲੀਅਰ ਹੋ ਜਾਊਗਾ। ਆਇਲਸ ਨੂੰ ਬਹੁਤ ਮੇਰੇ ਬੱਚਿਆਂ ਦੇ ਫੋਨ ਮੈਸੇजेस ਆਉਂਦੇ ਆ ਕਿ ਸਰ ਤੁਸੀਂ ਆਇਲਸ ਨੂੰ ਬਹੁਤ ਸੌਖਾ ਬਣਾਤਾ। ਤੁਹਾਡੇ ਕਹੇ ਹੋਏ ਸ਼ਬਦ ਰਮਨ ਸ਼ਰਮਾ ਨੂੰ એનર્ਜੀ ਦਾ ਕੰਮ ਕਰਦੇ ਆ। ਤਾਂ ਬਿਲਕੁਲ ਸਮਾਂ ਨਹੀਂ ਆਪਾਂ ਖਰਾਬ ਕਰਦੇ। ਵੀਡੀਓ ਨੂੰ ਵਿੱਚੋਂ ਨਾ ਕੱਟਿਓ, ਨਹੀਂ ਫਿਰ ਇੰਟਰਸਟ ਨਹੀਂ ਬਣਨਾ। ਜੇ ਤੁਸੀਂ ਬਿਜ਼ੀ ਹੋ ਨਾ ਤਾਂ ਤੁਸੀਂ ਉਦੋਂ ਹੀ ਦੇਖਿਓ ਵੀਡੀਓ ਜਦੋਂ ਤੁਹਾਡੇ ਕੋਲੇ ਘੱਟੋ ਘੱਟ 40-45 ਮਿੰਟ ਦਾ ਟਾਈਮ ਹੋਵੇ। ਰਮਨ ਦੀ ਇੱਕ ਕਲਾਸ ਦਾ ਮਤਲਬ ਤੁਹਾਡੀ ਰੀਡਿੰਗ ਦਾ ਜ਼ਿਆਦਾ ਨਹੀਂ ਤਾਂ 1.5 ਬੈਂਡ ਉੱਪਰ ਲੈ ਜਾਊਂਗਾ ਮੈਂ ਤੁਹਾਨੂੰ, ਤੇ ਤੁਹਾਨੂੰ ਸਾਰਾ ਕੁਝ ਰੀਡਿੰਗ ਦੇਖਣ ਤੋਂ ਬਾਅਦ ਪਤਾ ਲੱਗ ਜਾਊਗਾ। ਸੋ ਜੇ ਵੀਡੀਓ ਵਧੀਆ ਲੱਗੂਗਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ, ਨਾ ਵਧੀਆ ਲੱਗਿਆ ਤਾਂ ਵੀ ਜ਼ਰੂਰ ਦੱਸਿਓ। ਮੈਂ ਕੋਸ਼ਿਸ਼ ਕਰੂੰਗਾ ਕਿ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹਾਈਏ। ਤਾਂ ਆਓ ਆਪਾਂ ਸਮੇਂ ਨੂੰ ਨਾ ਖਰਾਬ ਕਰਦੇ ਹੋਏ ਆਪਣੀ ਜੋ ਰੀਡਿੰਗ ਹੈ ਉਹਨੂੰ ਹਿੱਟ ਕਰਦੇ ਹਾਂ। ਦੈਟਸ ਓਕੇ। ਤੇ ਲਓ ਜੀ, ਅੱਜ ਦੀ ਜੋ ਕਲਾਸ ਹੈ ਉਹ ਹੈ ਲਿਸਟ ਆਫ ਹੈਡਿੰਗ। ਤੇ ਸਭ ਤੋਂ ਪਹਿਲਾਂ ਟੌਪਿਕ ਦਾ ਕੀ ਨੇਮ ਹੈ? ਦ ਮੀਨਿੰਗ ਐਂਡ ਪਾਵਰ ਆਫ ਸਮੈਲ। ਹੁਣ ਤੁਸੀਂ ਕਹੋਗੇ ਵੀ ਸਰ ਸਮੈਲ ਦਾ ਜਿਹੜਾ ਲਿੰਕ ਹੈ ਉਹ ਤਾਂ ਹਮੇਸ਼ਾ ਬਦਬੂ ਹੁੰਦੀ ਹੈ, ਪਰ ਅੱਜ ਦੀ ਰੀਡਿੰਗ ਦੀ ਜੋ ਡਿਮਾਂਡ ਹੈ ਸਮੈਲ ਨੂੰ ਇਹਨਾਂ ਨੇ ਕੋਈ ਬਦਬੂ ਨਹੀਂ, ਬਸ ਇੱਕ ਚਾਹੇ ਬਦਬੂ ਲਾ ਲਓ ਚਾਹੇ ਖੁਸ਼ਬੂ ਲਾ ਲਓ, ਉਹਦੇ ਨਾਲ ਕੰਸੀਡਰ ਕੀਤਾ ਹੋਇਆ। ਲਿਸਟ ਆਫ ਹੈਡਿੰਗ ਪੇਪਰ ਦੇ ਵਿੱਚ ਕੁਝ ਇਸ ਤਰੀਕੇ ਨਾਲ ਆਉਂਦੇ ਆ। ਦੇਖੋ 27 to 32 ਮਤਲਬ ਪੈਰਾਗ੍ਰਾਫ ਜੋ ਪੈਸੇਜ 3 ਹੈ ਮੈਂ ਉਹ ਪੜ੍ਹਾ ਰਿਹਾ, ਜਿਹਨੂੰ ਬਹੁਤ ਬੱਚੇ ਟਫ ਮੰਨਦੇ ਆ। ਬਿਲਕੁਲ ਟੈਨਸ਼ਨ ਨਾ ਲਓ, ਰਮਨ ਦੀ ਕਲਾਸ ਤੋਂ ਬਾਅਦ ਦੱਸਿਓ ਵੀ ਟਫ ਹੈ ਕਿ ਈਜ਼ੀ ਹੈ। ਲਿਸਟ ਆਫ ਹੈਡਿੰਗ ਕੁਝ ਇਸ ਤਰੀਕੇ ਨਾਲ ਨੇ 1 to 8। ਤੁਸੀਂ ਨਹੀਂ ਪੜ੍ਹਨੇ, ਤੁਸੀਂ ਬੋਰ ਹੋ ਜਾਓਗੇ। ਬੋਰ ਕੀ, ਤੁਸੀਂ ਕਨਫਿਊਜ਼ ਹੋ ਜਾਓਗੇ, ਨਹੀਂ ਪੜ੍ਹਨੇ। ਕਰਨਾ ਕੀ ਹੈ, ਆਪਣੇ ਕੋਲ ਕੁਐਸਚਨ 27 ਤੋਂ ਲੈ ਕੇ 32 ਤੱਕ ਨੇ। ਮਤਲਬ ਆਪਾਂ ਪੈਰਾਗ੍ਰਾਫ ਏ ਨੂੰ ਬਹੁਤ ਅੱਛੇ ਤਰੀਕੇ ਨਾਲ ਪੜਾਂਗੇ। ਕਿਸੇ ਲਾਈਨ ਦੀ ਜੇ ਆਪਾਂ ਨੂੰ ਟ੍ਰਾਂਸਲੇਸ਼ਨ ਨਹੀਂ ਆਈ ਆਪਾਂ ਛੱਡ ਦਾਂਗੇ, ਡਰੋ ਨਾ ਬਿਲਕੁਲ ਵੀ। ਤੁਹਾਨੂੰ ਮੈਂ ਦੱਸਦਾ ਤਰੀਕਾ ਕੀ ਹੈ। ਜੇ ਲਿਸਟ ਆਫ ਹੈਡਿੰਗ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਪੜ੍ਹ ਲਏ, ਤੁਸੀਂ ਪੇਪਰ ਕਦੇ ਵੀ ਕਲੀਅਰ ਨਹੀਂ ਕਰ ਸਕਦੇ। ਕਰਨਾ ਕੀ ਹੈ ਪੁੱਤ, ਸਭ ਤੋਂ ਵਧੀਆ ਟ੍ਰਿਕ ਕੀ ਹੈ? ਪੈਸੇਜ ਖੋਲਣਾ ਹੈ, ਪੈਰਾਗ੍ਰਾਫ ਏ ਖੋਲਣਾ ਹੈ, ਬਸ। ਪੈਰਾਗ੍ਰਾਫ ਨੂੰ ਪੜ੍ਹਨਾ ਕਿਵੇਂ ਹੈ ਮੈਂ ਪੜ੍ਹਨਾ ਵੀ ਸਿਖਾਊਂਗਾ। ਆਪਣੇ ਫਿੰਗਰ ਨੂੰ ਟੱਚ ਕਰੋ, ਲਾਈਨ ਦੇ ਨਾਲ ਚੱਲੋ, ਪੈਨਸਲ ਨੂੰ ਟੱਚ ਕਰੋ, ਲਾਈਨ ਦੇ ਨਾਲ ਚੱਲੋ, ਤੁਹਾਡੀ ਸਪੀਡ ਹੈ ਜਿਹੜੀ ਉਹ ਬਹੁਤ ਵਧੀਆ ਹੋਏਗੀ। ਤਾਂ ਆਓ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਕੀ ਕਰਦੇ ਹਾਂ, ਬਹੁਤ ਅੱਛੇ ਤਰੀਕੇ ਨਾਲ ਪੜ੍ਹਦੇ ਹਾਂ ਤੇ ਫਿਰ ਦੇਖਦੇ ਹਾਂ ਕੀ ਬਣਦਾ ਕੀ ਨਹੀਂ। ਪੈਸੇਜ ਏ ਮਤਲਬ ਪੈਰਾਗ੍ਰਾਫ ਆਪਣਾ ਏ ਹੈਗਾ, ਇਹਨੂੰ ਰੀਡ ਕਰਦੇ ਹਾਂ। ਬਹੁਤ ਫਾਸਟ ਪੜਾਉਂਗਾ ਤਾਂ ਕਿ ਜੇ ਫਾਸਟ ਨਹੀਂ ਪੜਾਉਂਦਾ, ਬਹੁਤ ਸਲੋ ਪੜਾਉਂਗਾ। ਹਾਂ, ਕੱਲੀ ਵੋਕੈਬਲਰੀ ਦਾ ਵਰਡ ਵੀ ਦੱਸੂਗਾ, ਜੇ ਕੋਈ ਤੁਹਾਨੂੰ ਲੋੜ ਹੋਈ ਮੈਂ ਹੈਲਪ ਕਰ ਦੂੰਗਾ, ਠੀਕ ਹੈ। ਕਹਿੰਦਾ ਅ ਸਰਵੇ ਕੰਡਕਟਡ ਬਾय ਐਂਥਨੀ ਸਯੋਟ ਅ ਮੌਂਟਰੀਅਲਸ ਕੌਨਕੋਰਡੀਆ ਯੂਨੀਵਰਸਿਟੀ ਆਸਕਡ ਪਾਰਟੀਸਿਪੈਂਟਸ ਟੂ ਕਮੈਂਟ ਔਨ ਹਾਊ ਇੰਪੋਰਟੈਂਟ ਸਮੈਲ was to them in their lives। ਮਤਲਬ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਸਮੈਲ ਹੈ,
ਜਿਹੜੀ ਕੋਈ ਖੁਸ਼ਬੂ ਹੈ ਜਾਂ ਕੋਈ ਬਦਬੂ ਹੈ ਉਹ ਤੁਹਾਡੀ ਲਾਈਫ ਦੇ ਵਿੱਚ ਕਿੰਨੀ ਕੁ ਇੰਪੋਰਟੈਂਟ ਹੈ। ਪਾਰਟਿਸਪੈਂਟ ਉਹਦੇ ਜਿਹੜੇ ਹਿੱਸਾ ਲੈਂਦੇ ਆ, ਠੀਕ ਆ। ਇਟ ਐਸੋਸੀਏਟਡ ਵਿਦ ਅ ਗੁੱਡ ਐਕਸਪੀਰੀਅੰਸ ਕੈਨ ਬ੍ਰਿੰਗ ਅ ਰਸ਼ ਆਫ ਜੋਏ। ਜੋਏ ਹੁੰਦੀ ਹੈ ਖੁਸ਼ੀ। ਉਹ ਕਹਿੰਦੇ ਵੀ ਸਮੈਲ ਸਾਡੀ ਜ਼ਿੰਦਗੀ 'ਚ ਇੱਕ ਖੁਸ਼ੀ ਭਰ ਸਕਦੀ ਹੈ। ਕਈ ਚੀਜ਼ਾਂ ਦੀ ਸਮੈਲ ਆਪਾਂ ਨੂੰ ਬਹੁਤ ਵਧੀਆ ਲੱਗਦੀ ਹੈ। ਅਕਸਰ ਮੈਂ ਤੁਹਾਨੂੰ ਅਗੇਨ ਕਹਿ ਰਿਹਾ, ਸਮੈਲ ਦਾ ਮਤਲਬ ਬਦਬੂ ਹੁੰਦਾ ਹੈ, ਪਰ ਰੀਡਿੰਗ ਦੀ ਡਿਮਾਂਡ ਹੈ, ਇੱਥੇ ਉਹਨਾਂ ਨੇ ਇਹਨੂੰ ਖੁਸ਼ਬੂ ਨਾਲ ਜੋੜਿਆ। ਕਹਿੰਦਾ ਕਈ ਐਕਸਪੀਰੀਅੰਸ ਐਵੇਂ ਦੇ ਹੁੰਦੇ ਆ ਜਦੋਂ ਸਮੈਲ ਸਾਨੂੰ ਇੱਕ ਖੁਸ਼ਬੂ ਦੇ ਰੂਪ 'ਚ ਆਉਂਦੀ ਹੈ। ਵਾਈਲ ਆ 4 ਆਰਡਰ ਔਨ 1 to the survey noted that many of their olfactory likes and dislikes were based on emotional association। मतलब smell ਦਾ emotion ਨਾਲ ਬਹੁਤ ਵੱਡਾ मतलब meaning ਹੈ, ਕਿਉਂਕਿ ਸਮੈਲ ਇਮੋਸ਼ਨ ਨਾਲ ਜੁੜੀ ਹੋਈ ਹੈ। ਕੋਈ ਚੀਜ਼ ਦੀ ਆਪਣੀ ਸਮੈਲ ਲਈ ਆਪਾਂ ਨੂੰ ਬੜੀ ਵਧੀਆ ਖੁਸ਼ਬੂ ਹੋਈ, ਆਪਣਾ ਮੂਡ ਬਹੁਤ ਵਧੀਆ ਹੋ ਗਿਆ। ਕੋਈ ਸਮੈਲ ਲਈ ਆਪਾਂ ਨੂੰ ਮੂਡ ਖਰਾਬ ਹੋ ਗਿਆ, ਤਾਂ ਸਮੈਲ ਇਮੋਸ਼ਨ ਦੇ ਨਾਲ ਜੁੜੀ ਹੋਈ ਹੈ। Such association can be powerful enough so that the odors that we would generally label unpleasant become agreeable, and those that we would generally consider fragrant become disagreeable for particular individuals। मतलब कई लोग ने ਕਿਸੇ ਸਮੈਲ ਨੂੰ ਅਗਰੀ ਹੁੰਦੇ ਆ, ਕਈ ਡਿਸਅਗਰੀ ਹੁੰਦੇ ਆ, ਕਈ ਕਿਸੇ ਸਮੈਲ ਤੋਂ ਖੁਸ਼ ਹੁੰਦੇ ਆ ਤੇ ਕਈ ਕਿਸੇ ਸਮੈਲ ਤੋਂ ਦੁਖੀ ਹੁੰਦੇ ਆ। The perception of smell therefore consists not only on the sensation of the odors themselves but of the experience and emotion associated with them। ਕਹਿੰਦੇ ਜਿਹੜੀ ਸਮੈਲ ਹੈ ਨਾ, ਉਹਦਾ ਜੋ ਪੂਰਾ ਮਤਲਬ ਟੱਚ ਜੁੜਿਆ ਹੋਇਆ ਹੈ ਉਹ ਬੰਦਿਆਂ ਦੇ ਇਮੋਸ਼ਨ ਨਾਲ ਜੁੜਿਆ ਹੋਇਆ ਹੈ। ਪੂਰਾ ਪੈਰਾ ਪੜ੍ਹ ਕੇ ਆਪਾਂ ਨੂੰ ਓਵਰਆਲ ਪੜ੍ਹਨ ਤੋਂ ਬਾਅਦ ਆਪਾਂ ਨੂੰ ਇਹ ਚੀਜ਼ ਕਲੀਅਰ ਹੋਗੀ ਕਿ ਜੋ ਸਮੈਲ ਹੈ ਉਹਦਾ ਫੀਲਿੰਗ ਨਾਲ ਸੰਬੰਧ ਹੈ, ਇਮੋਸ਼ਨ ਨਾਲ ਸੰਬੰਧ ਹੈ। ਚੰਗੀ ਸਮੈਲ ਸਾਡਾ ਚੰਗਾ ਮੂਡ ਕਰਦੀ ਹੈ, ਮਾੜੀ ਸਮੈਲ ਸਾਡਾ ਮਾੜਾ ਮੂਡ ਕਰਦੀ ਹੈ। ਹੁਣ ਆਪਾਂ ਉਧਰ ABC ਆਪਣੇ ਕੋਲੇ ਆਪਸ਼ਨ ਹੈ, ਉਹ ਜਿਹੜੇ 1 2 3 ਆਪਣੇ ਕੋਲੇ ਆਪਸ਼ਨ ਨੇ। ਆਪਾਂ ਕੀ ਕਰਨਾ ਪੁੱਤ, ਤੁਸੀਂ ਇਹਨਾਂ ਨੂੰ ਆਪਸ਼ਨਸ ਨੂੰ ਦੇਖਣਾ ਹੈ ਲਾਈਕ ਦਿਸ, ਆ ਲਿਸਟ ਆਫ ਇਟ। ਇਹਨਾਂ ਦੇ ਵਿੱਚੋਂ 100% ਤੁਹਾਡਾ ਆਨਸਰ ਹੈਗਾ, ਪਰ ਤੁਸੀਂ ਗੇਮ ਪਲਾਨ ਪਤਾ ਕੀ ਕਰਨਾ ਹੈਗਾ। ਸਭ ਤੋਂ ਵਧੀਆ ਚੀਜ਼ ਦੱਸਦਾ ਮੈਂ, ਜਿਹੜਾ ਨਹੀਂ ਹੈਗਾ ਤੁਸੀਂ ਇਹ ਨਹੀਂ ਲੱਭਣਾ ਵੀ ਮੇਰਾ ਆਨਸਰ ਇਹ ਰਿਹਾ, ਤੁਸੀਂ ਇਹ ਲੱਭਣਾ ਵੀ ਮੇਰਾ ਆਨਸਰ ਦਾ ਭਰਾਵਾ ਇਹ ਹੈ ਹੀ ਨਹੀਂਗਾ। ਐਗਜ਼ਾਮਪਲ ਦੇਣਾ, ਦਾ ਡਿਫਿਕਲਟੀ ਆਫ ਟਾਕਿੰਗ ਅਬਾਊਟ ਸਮੈਲ। ਕੋਈ ਟਾਕਿੰਗ ਅਬਾਊਟ ਸਮੈਲ ਦੀ ਆਪਾਂ ਨੇ ਬਿਲਕੁਲ ਗੱਲ ਨਹੀਂ ਕਰੀ, ਆਪਾਂ ਨੇ ਕੱਟਤਾ। The role of smell in personal relationship। ਤੁਸੀਂ ਦੇਖੋ ਪਰਸਨਲ ਰਿਲੇਸ਼ਨਸ਼ਿਪ ਦੀ ਆਪਾਂ ਕੋਈ ਗੱਲ ਨਹੀਂ ਕਰੀ ਹੈਗੀ, ਹਾਂ ਸਮੈਲ ਦੀ ਕਰੀ ਹੈ ਪਰ ਪਰਸਨਲ ਰਿਲੇਸ਼ਨਸ਼ਿਪ ਨਹੀਂ ਦਿੱਤਾ। ਫਿਊਚਰ ਸਟੱਡੀ ਇਨਟੂ ਸਮੈਲ, ਕੋਈ ਫਿਊਚਰ ਦੀ ਸਟੱਡੀ ਦੀ ਆਪਾਂ ਨੇ ਗੱਲ ਨਹੀਂ ਕੀਤੀ। ਦ ਰਿਲੇਸ਼ਨਸ਼ਿਪ ਬਿਟਵੀਨ ਦ ਬ੍ਰੇਨ ਐਂਡ ਦ ਨੋਜ਼, ਕੋਈ ਵੀ ਗੱਲ ਨਹੀਂ ਕਰੀ ਆਪਾਂ ਨੇ। The interpretation of smells as a factor in defining groups, कोई group ਦੀ ਗੱਲ ਨਹੀਂ ਕੀਤੀ ਹੈਗੀ। Why our sense of smell is not appreciated, ਸਾਡੀ sense of smell ਕਿਉਂ appreciate ਨਹੀਂ ਹੁੰਦੀ, ਕੋਈ ਗੱਲ ਨਹੀਂ ਕਰੀ। Smell is our superior sense, ਕੋਈ ਗੱਲ ਨਹੀਂ ਕਰੀ। ਇੱਕ ਬਚਿਆ ਦੇਖਿਓ, the relationship between smell and feeling। देखो उधर अपने देखा था कि रिलेशनशिप स्मैल ते फीलिंग का, क्योंकि स्मैल इमोशन नाल जुड़ी हुई है, इस करके एक्यूरेट आंसर बन गया 8th। हुण तुसीं की करना है, पैसेज ए देखो एवें आंसर एवें लाउणा है बच्चे। पैराग्राफ ए है ना, ਇਹਦਾ आंसर है 8th ਤੇ 8 ਹਮੇਸ਼ਾ ਇਸ ਸ਼ੇਪ ਦਾ ਪੜਨਾ ਹੈ, ਰੋਮਨ ਦਾ। ਜੇ ਕਿਸੇ ਬੱਚੇ ਨੇ ए ਸ਼ੇਪ ਚ ਪਾਤਾ ਜਾਂ 8th ਐ ਪਾਤਾ ਜਾਂ EIGHT ਐਵੇਂ ਲਿਖ ਕੇ ਪਾਤਾ, ਉਹ ਗਲਤ ਹੋ ਜਾਏਗਾ। ਫਸਟ ਦਾ ਆਨਸਰ ਹੈ ਜਿਹੜਾ ਦੈਟ ਇਜ਼ ਕਾਲਡ ਪੈਰਾਗ੍ਰਾਫ ਏ ਦਾ ਆਨਸਰ ਹੈ ਉਹ 8 ਹੋ ਗਿਆ। ਹੁਣ 8 ਨੂੰ ਕੱਟ ਦਿਓ, ਮਤਲਬ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਤਾਂ ਆਪਣੇ ਕੋਲੇ ਹੋਰ ਸੋਲੂਸ਼ਨ ਵੀ ਬਣਦੇ ਜਾਣਗੇ। ਹੁਣ ਪੈਰਾਗ੍ਰਾਫ ਇਸੇ ਤਰ੍ਹਾਂ ਆਪਾਂ ਨੇ B ਪੜ੍ਹਨਾ ਹੈ, फिर आके उधर मैच करने। इस तरीके नाल तुहाडा पेपर है जिहड़ा बच्चे 9 बैंड का पेपर हो जाता है। तो तुसीं आ 6 की तो गल ही छड्ड दो। जे रमन के स्टूडेंट हो, रमन की वीडियो देखते हो ना, तो घट्टो घट्ट ज़्यादा ही नहीं, मैं कहता घट्टो घट्ट 8 तो वधो वध 9 तो प्राउड होन यू। नाल मैं चाह पीऊँगा, तुहानूं मैं बोर नहीं होण दिंदा, पर मैं एनर्जी भी रखूँगा। ठीक है, चलो पैराग्राफ आपां B पढ़ते हैं, उम्मीद है तुहानूं बहुत पसंद आएगा। ठीक है, देखो B नूं पढ़न दा तरीका बच्चे कहंदा, Odors are also essential cues in social bonding। ਜਿਹੜੀ ਖੁਸ਼ਬੂ ਹੈ ਉਹ social bonding ਨਾਲ ਵੀ ਜੁੜੀ ਹੋਈ ਹੈ। One respondent to the survey believed that there is no true emotion bonding without touching and smelling a loved one। ਕਹਿੰਦਾ ਵੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਉਹਨੂੰ ਟੱਚ ਨਹੀਂ ਕੀਤਾ, ਉਹਦੀ ਸਮੈਲ ਨਹੀਂ ਕੀਤੀ, ਤਾਂ ਤੁਸੀਂ ਮਤਲਬ ਆਪਣੇ ਪਿਆਰ ਨੂੰ ਵਧਾ ਨਹੀਂ ਸਕਦੇ ਹੈਗੇ। In fact,
ਇਨਫੈਂਟਸ ਰਿਕੋਗਨਾਈਜ਼ ਦ ਆਰਡਰਸ ਆਫ देयर ਮਦਰ ਸੂਨ ਆਫਟਰ ਬਰਥ। ਦੇਖੋ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਨਾ, ਹੁਣ ਉਹਨੂੰ ਕੋਈ ਸਮਝ ਤਾਂ ਹੁੰਦੀ ਨਹੀਂ, ਪਰ ਉਹ ਆਪਣੀ ਮਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦਾ ਹੈ। ਜੇ ਉਹਨੂੰ ਕੋਈ ਹੋਰ ਚੱਕੀ ਚੱਲੇ ਨਾ, ਉਹ ਕਦੇ ਵੀ ਰੋਣੋਂ ਨਹੀਂ ਚੁੱਪ ਕਰਦਾ, ਪਰ ਜਦੋਂ ਉਹਦੀ ਮਾਂ ਚੱਕ ਲੈਂਦੀ ਉਹ ਚੁੱਪ ਕਰ ਜਾਂਦਾ। ਹੁਣ ਬੱਚਾ ਸਿੱਖਿਆ ਥੋੜੀ ਹੋਇਆ, ਉਹਨੂੰ ਇੱਕ ਸਮੈਲ ਹੁੰਦੀ ਹੈ ਆਪਣੀ ਮਦਰ ਦੀ। ਅਡਲਟਸ ਕੈਨ ਆਫਨ ਆਈਡੈਂਟੀਫਾਈ देयर ਚਿਲਡਰਨ ਔਰ ਸਪਾਊਸ ਬਾਈ ਸੈਂਟ। ਕਈਆਂ ਦੀ ਜਿਵੇਂ ਹੁਣ ਆਪਣੇ ਫੈਮਿਲੀ 'ਚ ਕੋਈ ਕਿਹੜਾ ਸੈਂਟ ਯੂਜ਼ ਕਰਦਾ, ਤਾਂ ਆਪਾਂ ਉਹਨਾਂ ਦੀ ਪਹਿਚਾਣ ਹੈ ਜਿਹੜੀ ਉਹਨਾਂ ਦੀ ਸੈਂਟ ਤੋਂ, ਉਹਨਾਂ ਦੀ ਖੁਸ਼ਬੂ ਤੋਂ ਕਰ ਸਕਦੇ ਹਾਂ। ਸਪਾਊਸਿਸ ਹੁੰਦੇ ਨੇ ਹਸਬੈਂਡ ਵਾਈਫ, ਚਿਲਡਰਨ ਹੁੰਦੇ ਨੇ ਬੱਚੇ। ਇਨ ਵਨ ਵੈਲ ਨੋਨ ਟੈਸਟ, ਇੱਕ ਟੈਸਟ ਕੀਤਾ ਗਿਆ, ਵੂਮਨ and men were able to distinguish by smell alone clothing worn by their marriage partners from similar clothing worn by other people। ਮਤਲਬ ਕੀ ਕੀਤਾ ਉਹਨਾਂ ਨੇ, ਡਰੈਸਿਸ ਨੂੰ ਸਾਰੀਆਂ ਨੂੰ ਇਕੱਠਾ ਕਰਿਆ ਤੇ ਇਹ ਦੇਖਣਾ ਚਾਹੁੰਦੇ ਸੀ ਵੀ ਕੀ ਇੱਕ ਦੂਜੇ ਨੂੰ ਤੁਸੀਂ ਆਪਣੇ ਮਤਲਬ ਕਪਲਸ ਨੂੰ ਪਹਿਚਾਣਦੇ ਹੋ ਕਿ ਨਹੀਂ। ਮੋਸਟ ਆਫ ਦਾ ਸਬਜੈਕਟਸ ਵੁੱਡ ਪ੍ਰੋਬੇਬਲੀ ਨੈਵਰ ਹੈਵ ਗਿਵਨ ਮਚ ਥਾਟ ਟੂ ਆਰਡਰ ਐਜ਼ ਅ ਕਿਊ ਆਫ ਆਈਡੈਂਟੀਫਾਈਂਗ ਅ ਫੈਮਿਲੀ ਮੈਂਬਰ ਬਿਫੋਰ ਬੀਇੰਗ ਇਨਵੋਲਵਡ ਇਨ ਦਾ ਟੈਸਟ। ਮਤਲਬ ਮੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੇ ਸਾਰੇ ਫੈਮਿਲੀ ਮੈਂਬਰ ਨੂੰ ਵੀ ਪਛਾਣ ਲਿਆ ਬਿਨਾਂ ਦੇਖੇ, ਕੱਲੀ ਸਮੈਲ ਤੋਂ, ਕਿਉਂਕਿ ਸਮੈਲ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਨਿਭਾਉਂਦੀ ਹੈ। ਹੁਣ ਆਪਾਂ ਨੂੰ ਇਹ ਪਤਾ ਲੱਗਿਆ, ਤੁਸੀਂ ਦੇਖੋ ਆਪਾਂ ਨੇ ਇਹ ਕੱਟਤਾ ਕਿਉਂਕਿ ਇਹ ਹੋ ਗਿਆ ਸੀ। ਸਮੈਲ ਸੁਪੀਰੀਅਰ ਸੈਂਸ ਹੈ, ਕੋਈ ਗੱਲ ਨਹੀਂ ਕਰਕੇ। Why our smell is not appreciated? ਨਾ। The interpretation defining group? ਨਾ। ਕੋਈ ਰਿਲੇਸ਼ਨਸ਼ਿਪ ਤਾਂ ਦੱਸਿਆ ਸੀ, ਪਰ ਬ੍ਰੇਨ ਤੇ ਨੋਜ਼ ਦਾ ਨਹੀਂ ਦੱਸਿਆ। ਨਾ। ਕੋਈ ਫਿਊਚਰ ਨਹੀਂ। ਨਾ। ਕੋਈ ਡਿਫਿਕਲਟੀ ਆਫ ਟਾਕਿੰਗ ਅਬਾਊਟ ਸਮੈਲ। ਨਾ। ਬਚਿਆ ਸੈਕਿੰਡ, ਦੇਖੋ ਕੀ ਹੈ, ਦ ਰੋਲ ਆਫ ਸਮੈਲ ਇਨ ਪਰਸਨਲ ਰਿਲੇਸ਼ਨਸ਼ਿਪ। ਪਰਸਨਲ ਰਿਲੇਸ਼ਨਸ਼ਿਪ 'ਚ ਸਪਾਊਸਿਸ, ਹਸਬੈਂਡ ਵਾਈਫ, ਚਿਲਡਰਨ, ਫੈਮਿਲੀ, ਸਾਰਾ ਕੁਝ ਆ ਗਿਆ ਨਾ। ਤਾਂ ਸਮੈਲ ਦਾ ਰੋਲ ਕੀ ਹੈ ਰਿਲੇਸ਼ਨਸ਼ਿਪ ਦੇ ਵਿੱਚ ਹੈ। ਤਾਂ ਪੈਰਾਗ੍ਰਾਫ ਜਿਹੜਾ 2 ਹੈ, ਇਹਦਾ ਆਨਸਰ ਬਣ ਗਿਆ 2। ਆਲੋ ਜੀ, ਪੈਰਾਗ੍ਰਾਫ ਜਿਹੜਾ B ਹੈ ਉਹਦਾ ਆਨਸਰ 2। ਇਹਦਾ ਕੀ ਸੀਗਾ 8th। ਤਾਂ ਦਿਸ ਇਜ਼ ਦਾ ਬੈਸਟ ਵੇ, ਤੁਸੀਂ ਕੁਛ ਨਹੀਂ ਕਰਨਾ। ਹੁਣ ਬਹੁਤ ਬੱਚੇ ਕਹਿਣਗੇ ਸਰ ਸਾਨੂੰ ਟ੍ਰਾਂਸਲੇਸ਼ਨ ਨਹੀਂ ਆਉਂਦੀ, ਡਰੋ ਨਾ, ਫਿਰ ਕੀ ਹੋ ਗਿਆ, ਸਾਰੀਆਂ ਚੀਜ਼ਾਂ ਦੀ ਟ੍ਰਾਂਸਲੇਸ਼ਨ ਵੀ ਜ਼ਰੂਰੀ ਨਹੀਂ ਹੁੰਦੀ। ਪੈਰਾ ਪੜ੍ਹ ਕੇ ਉਹਦਾ ਓਵਰਆਲ ਕੱਢਣਾ ਤੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਪਹਿਲੀ ਵਾਰ 'ਚ ਪੇਪਰ ਕਲੀਅਰ ਕਰ ਜਾਓਗੇ। ਇਸ ਤੋਂ ਵਧੀਆ ਰੀਡਿੰਗ ਹੋਰ ਕੋਈ ਸਮਝਾ ਨਹੀਂ ਸਕਦਾ। ਇਹ ਮੈਂ ਓਵਰ ਕੌਨਫੀਡੈਂਸ ਹੋ ਕੇ ਨਹੀਂ ਕਹਿ ਰਿਹਾ, ਪਰ ਤੁਹਾਡਾ ਭਰਾ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਜਿੰਨਾ ਦਿਲੋਂ ਪੜ੍ਹਾ ਰਿਹਾ ਬੱਚੇ, ਤੁਸੀਂ ਉਹਨੂੰ ਐਪਰੀਸ਼ੀਏਟ ਕਰੋ ਵੀ ਹਾਂ ਸਾਡਾ ਟ੍ਰੇਨਰ ਸਾਡੇ 'ਤੇ ਜ਼ੋਰ ਲਾਉਂਦਾ ਹੈ। ਮੈਂ ਵੀ ਆਪਣੇ ਭੈਣ ਭਰਾਵਾਂ ਨੂੰ ਬਹੁਤ ਵਧੀਆ ਪੜ੍ਹਾਊਂਗਾ। ਸਾਰੇ ਟ੍ਰੇਨਰ ਆਪੋ ਆਪਣਾ ਜ਼ੋਰ ਲਾਉਂਦੇ। ਦੇਖੋ ਜਿੰਨੇ ਵੀ ਆਇਲਸ ਪੜ੍ਹਾਉਂਦੇ ਆ, ਮੈਂ ਕਿਸੇ ਨੂੰ ਇਹ ਨਹੀਂ ਮੇਰਾ ਕੋਈ ਕੰਪੀਟੀਸ਼ਨ ਨਹੀਂ ਹੈਗਾ, ਮੇਰਾ ਕੋਈ ਬੁਰਾ ਨਹੀਂ, ਸਾਰੇ ਆਪੋ ਆਪਣੀ ਜਗ੍ਹਾ ਤੇ ਆਪੋ ਆਪਣਾ ਬੈਸਟ ਦਿੰਦੇ ਆ। ਬਸ ਫਰਕ ਕੀ ਹੁੰਦਾ ਹੈਗਾ ਕਿ ਬੱਚੇ ਤੇ ਡਿਪੈਂਡ ਕਰਦਾ ਕਿ ਉਹਨੂੰ ਕਿਹਦੀ ਸਮਝ ਆਉਂਦੀ ਹੈ। ਹੁਣ ਦੇਖੋ ਅਲੱਗ-ਅਲੱਗ ਤਾਂ ਡਾਕਟਰ ਵੀ ਹੁੰਦੇ ਨੇ, ਡਾਕਟਰ ਦਵਾਈਆਂ ਵੀ ਸਾਰੇ ਸੇਮ ਹੀ ਦਿੰਦੇ ਨੇ, ਪਰ ਕਿਸੇ ਡਾਕਟਰ ਦੀ ਦਵਾਈ ਲੱਗ ਜਾਂਦੀ ਹੈ ਤੇ ਕਿਸੇ ਦੀ ਨਹੀਂ ਲੱਗਦੀ। ਸੇਮ ਚੀਜ਼ ਹੈ, ਕਿਸੇ ਦਾ ਵਿਚਾਰੇ ਦਾ ਸਮਝ ਆ ਗਿਆ, ਹੁਣ ਬਹੁਤਿਆਂ ਨੂੰ ਮੇਰਾ ਵੀ ਨਹੀਂ ਸਮਝ ਆਉਂਦਾ ਹੋਣਾ। ਠੀਕ ਆ, ਤਾਂ ਆਓ ਪੈਰਾਗ੍ਰਾਫ 3 ਹੈ ਜਿਹੜਾ C ਆਪਾਂ ਲੱਭਾਂਗੇ, ਇਹਨੂੰ ਪ੍ਰੋਪਰਲੀ ਦੇਖਦੇ ਹਾਂ। ਉਮੀਦ ਹੈ ਤੁਸੀਂ ਬੋਰ ਨਹੀਂ ਹੋ ਰਹੇ ਹੋਗੇ ਤੇ ਬਹੁਤ ਪਿਆਰ ਨਾਲ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਗੱਲਾਂ ਕਰਦਾ ਤੁਹਾਨੂੰ ਪੜ੍ਹਾ ਰਿਹਾ। ਚਲੋ ਇਹਦਾ ਆਨਸਰ ਮੈਂ ਨਹੀਂ ਲੱਭਦਾ, ਇਹਦਾ ਆਨਸਰ ਤੁਸੀਂ ਲੱਭੋਗੇ। ਠੀਕ ਆ, ਮੈਂ ਪੜ੍ਹਾਊਂਗਾ ਜਸਟ। ਕਹਿੰਦਾ in spite of its importance in our emotional and sensory lives, smell is probably the most undervalued sense in many culture। ਬਹੁਤ ਸਾਰੇ ਕਲਚਰ ਐਵੇਂ ਦੇ ਨੇ ਜਿੱਥੇ ਸਮੈਲ ਅੰਡਰਵੈਲਿਊਡ ਹੈ, ਕੋਈ ਵੈਲਿਊ ਨਹੀਂ ਹੈਗੀ, ਕੁਛ ਨਹੀਂ ਸਮਝਦੇ ਹੈਗੇ। ਕਹਿੰਦੇ the reason often given for the low regard in which smell is held is that the comparison with the importance among animal। ਮਤਲਬ ਸਮੈਲ ਦਾ ਜਿਹੜਾ ਇਹ ਕਹਿੰਦੇ ਬੰਦਿਆਂ ਦੀ ਸਮੈਲ ਕੋਈ ਇੰਨੀ ਵਧੀਆ ਸਮੈਲ ਨਹੀਂ ਹੁੰਦੀ, ਪਰ ਜਿਹੜੇ ਐਨੀਮਲ ਨੇ, ਹੁਣ ਜਿਵੇਂ ਡੌਗ ਹੈ, ਡੌਗ ਦੀ ਸਮੈਲ ਬਹੁਤ ਵੱਡੀ ਹੁੰਦੀ ਹੈ ਨਾ। ਆਪਾਂ ਨੂੰ ਪਤਾ ਹੀ ਹੈ ਬੱਚੇ ਕਿ ਜਿਹੜੇ ਆਰਮੀ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਡੌਗ ਹੁੰਦੇ ਆ, ਉਹ ਕ੍ਰਿਮੀਨਲਸ ਨੂੰ ਫੜਨ ਦੇ ਲਈ ਉਹ ਯੂਜ਼ ਕਰਦੇ ਆ। ਕਹਿੰਦਾ ਹਿਊਮਨ ਸੈਂਸ ਆਫ ਸਮੈਲ ਇਜ਼ ਫੀਬਲ। ਫੀਬਲ ਹੁੰਦੀ ਹੈ ਵੀਕ। ਬੰਦੇ ਦੀ ਸੈਂਸ ਹੈ ਨਾ ਜਿਹੜੀ ਸਮੈਲ ਹੈ ਨਾ ਉਹ ਵੀਕ ਹੈ, ਪਰ ਜਿਹੜੇ ਡੌਗਸ ਨੇ ਜਾਂ ਕੋਈ ਵੀ ਹੋਰ ਐਨੀਮਲ ਨੇ ਉਹਨੇ ਜ਼ਿਆਦਾ ਹੁੰਦੀ ਹੈ। ਵਾਈਲ ਇਟ ਇਜ਼ ਟਰੂ ਦੈਟ ਦ ਆਲ ਫੈਕਟਰੀ ਪਾਵਰਸ ਆਫ ਹਿਊਮਨ ਆਰ ਨਥਿੰਗ ਲਾਈਕ ਦ ਫਾਈਨ ਐਜ਼ ਦੋਜ਼ ਪੋਸੈਸਡ ਬਾਈ ਸਰਟਨ ਐਨੀਮਲਸ। ਐਨੀਮਲਸ ਦੀ ਬੰਦਿਆਂ ਨਾਲੋਂ ਜ਼ਿਆਦਾ ਸਮੈਲ ਦੀ ਪਾਵਰ ਹੁੰਦੀ ਹੈ, ਦੈਟਸ ਇਟ। ਤੇ ਬੰਦਿਆਂ ਦੀ ਪਾਵਰ ਨੂੰ ਉਹਨਾਂ ਨੇ ਅੰਡਰ ਵੈਲਿਊਡ ਕਹਿਤਾ। ਆ ਰਿਹਾ ਇੱਕ ਵਰਡ ਦੇਖੋ, ਅੰਡਰ ਵੈਲਿਊਡ, ਕੋਈ ਵੈਲਿਊ ਨਹੀਂ ਹੈਗੀ। ਇੱਧਰ ਆ ਕੇ ਦੇਖਿਓ, ਦੇਖੋ ਬੱਚੇ ਆਪਣਾ 2 ਹੋ ਗਿਆ, 8 ਹੋ ਗਿਆ। ਕੋਈ ਡਿਫਿਕਲਟੀ ਤਾਂ ਨਹੀਂ ਹੈ ਆਪਣੇ ਸਮੈਲ ਨੂੰ ਦੱਸਣ 'ਚ, ਨਾ ਕੋਈ ਫਿਊਚਰ, ਨਾ ਰਿਲੇਸ਼ਨਸ਼ਿਪ ਬ੍ਰੇਨ ਤੇ ਨੋਜ਼ ਦਾ, ਨਾ ਕੋਈ ਡਿਫਾਈਨਿੰਗ ਗਰੁੱਪ, ਨਾ ਸਮੈਲ ਸੁਪੀਰੀਅਰ ਸੈਂਸ, ਨਾ। ਬਚਿਆ ਇੱਕ ਦੇਖਿਓ, ਵਾਈ ਆਵਰ ਸੈਂਸ ਆਫ ਸਮੈਲ ਇਜ਼ ਨੋਟ ਐਪਰੀਸ਼ੀਏਟਡ। ਉਰੇ ਐਪਰੀਸ਼ੀਏਟਡ ਹੈ, ਉਧਰ ਅੰਡਰ ਵੈਲਿਊਡ ਸੀਗਾ ਕਿ ਸਾਡੀ ਜਿਹੜੀ ਸੈਂਸ ਆਫ ਸਮੈਲ ਹੈ ਉਹ ਐਪਰੀਸ਼ੀਏਟ ਨਹੀਂ ਕਰੀ ਜਾਂਦੀ, ਕਿਉਂਕਿ ਜਾਨਵਰਾਂ ਦੀ ਕਰੀ ਜਾਂਦੀ ਹੈ, ਬੰਦਿਆਂ ਦੀ ਇਹਨੂੰ ਮੰਨੀ ਨਹੀਂ ਜਾਂਦੀ। ਤਾਂ ਐਕੂਰੇਟ ਕੀ ਹੋ ਗਿਆ, ਪੈਰਾਗ੍ਰਾਫ C ਹੈ ਬੱਚੇ, ਉਹਦਾ ਆਨਸਰ ਬਣ ਗਿਆ
सिक्स्थ ਤੇ ਸਿਕਸਥ ਕਿਵੇਂ ਬਣੇ ਇਸ ਸ਼ੇਪ 'ਚ ਕਦੇ ਗਲਤੀ ਨਾਲ ਇਹ ਨਾ ਪਾ ਲਿਓ ਤੇ ਜਿਹੜੀ ਲਾਈਨ ਉੱਪਰ ਹੁੰਦੀ ਹੈ ਇੱਕ ਲਾਈਨ ਨੀਚੇ ਹੁੰਦੀ ਹੈ ਕਦੇ ਆਪਣਾ ਇਹ ਐਵੇਂ ਟੱਚ ਨਹੀਂ ਕਰਨਾ ਚਾਹੀਦਾ ਗਲਤ ਹੋ ਜਾਊਗਾ ਕੰਪਿਊਟਰ ਨਾ ਉੱਪਰ ਨਾ ਨੀਚੇ ਮਿਡ ਦੇ ਵਿੱਚ ਲਿਖਦੇ ਹੁੰਦੇ ਨੇ ਆਨਸਰ ਨਾ ਉੱਪਰਲੀ ਲਾਈਨ ਨਾਲ ਟੱਚ ਨਾ ਨੀਚੇ ਨਾਲ ਉਮੀਦ ਹੈ ਅੱਛਾ ਹੋ ਰਿਹਾ ਹੋਗਾ ਸਮਝ ਰਹੇ ਹੋਗੇ ਸੀ ਤੱਕ ਡੀ ਦੇਖੀਏ ਕੀ ਹੈ ਕਹਿੰਦਾ smell however is a highly elusive phenomena orders unlike colors for instance cannot be named in many language because the specific vocabulary simply does not exist ਕਹਿੰਦਾ smell ਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਕੋਈ vocabulary ਨਹੀਂ ਹੈਗੀ smell ਦੀ ਮਤਲਬ ਆਪਾਂ ਇਹ ਨਹੀਂ ਦੱਸ ਸਕਦੇ ਵੀ ਇਹਦੀ smell ਬਿਲਕੁਲ ਆ ਹੈ ਆਪਾਂ ਹਮੇਸ਼ਾ ਕੀ ਕਰਦੇ ਹੁੰਦੇ ਆ ਕਿਸੇ ਨਾਲ ਐਗਜ਼ਾਮਪਲ ਜੋੜਦੇ ਆ ਤੁਸੀਂ ਕਿਸੇ ਚੀਜ਼ ਨੂੰ ਖੁਸ਼ ਹਾਂ ਜਮੀ ਰੋਜ਼ ਵਰਗਾ ਮਤਲਬ ਆਪਾਂ ਉਹਦਾ ਐਕੂਰੇਟ ਨਹੀਂ ਦੱਸਿਆ ਪਰ ਉਹਨੂੰ ਆਪਣੇ ਕੰਪੈਨ ਉਹ ਕਰਤਾ ਨਾਲ ਜੋੜਤਾ ਉਹਦਾ ਫੋਰ ਇੰਸਟੈਂਸ ਦਿੱਤਾ ਨਾ ਹਾਏ ਇਹ ਜਮੀ ਨਾ ਚਾਕਲੇਟ ਵਰਗੀ ਆ ਰਹੀ ਹੈ ਇਹ ਜਮੀ ਕੋਲਗੇਟ ਵਰਗੀ ਆ ਰਹੀ ਹੈ ਤਾਂ ਸਮੈਲ ਦੱਸਣੀ ਬਹੁਤ ਔਖੀ ਹੈ ਤਾਂ ਉਮੀਦ ਹੈ ਤੁਹਾਨੂੰ ਆਨਸਰ ਪਤਾ ਲੱਗ ਜਾਣਾ ਕੀ ਹੈ ਕਹਿੰਦਾ ਇਟ ਸਮੈਲਸ ਲਾਈਕ ਆਪਾਂ ਹਮੇਸ਼ਾ ਇਹ ਕਹਿੰਦੇ ਵੀ ਇਹ ਤਾਂ ਇਹਦੇ ਵਾਂਗੂ ਸਮੈਲ ਕਰਦਾ ਪਰ ਇਹ ਨਹੀਂ ਪਤਾ ਕਿਹਦੇ ਵਾਂਗੂ ਹੈ ਨਾ ਵੀ ਹੈਵ to say when describing an order struggling to express our olfactory experience ਅਸੀਂ ਆਪਦੇ ਐਕਸਪੀਰੀਅੰਸ ਨੂੰ ਸ਼ੇਅਰ ਨਹੀਂ ਕਰ ਸਕਦੇ ਵੀ ਆ ਇਹ ਚੀਜ਼ ਸਮੈਲ ਹੈ ਅਸੀਂ ਕਹਿੰਦੇ ਵੀ ਇਹ ਤਾਂ ਇਹਦੇ ਵਰਗੀ ਹੈ ਇਟ ਸਮੈਲਸ ਲਾਈਕ ਸਮੈਲ ਨੂੰ ਦੱਸਣਾ ਸਾਡੇ ਲਈ ਬਹੁਤ ਔਖਾ ਹੋਇਆ ਪਿਆ ਤਾਂ ਇਸ ਕਰਕੇ ਤੁਸੀਂ ਸਮਝਦਾਰ ਆਪਿਓ ਬਿਲਕੁਲ ਹਿੱਟ ਕਰੂੰਗਾ ਦ ਡਿਫਿਕਲਟੀਜ਼ ਆਫ ਟਾਕਿੰਗ ਅਬਾਊਟ ਸਮੈਲ ਬਾਰੇ ਦੱਸਣਾ ਬਿਲਕੁਲ ਡਿਫਿਕਲਟ ਹੈ ਕਿਉਂਕਿ ਅਸੀਂ ਐਕੂਰੇਟ ਉਹਦਾ ਨੇਮ ਹੈ ਜਿਹੜਾ ਉਹ ਮੈਂਸ਼ਨ ਨਹੀਂ ਕਰ ਸਕਦੇ ਅਸੀਂ ਤਾਂ ਬਸ ਇਹ ਕਰਦੇ ਹੁੰਦੇ ਹਾਂ ਇਟ ਸਮੈਲਸ ਲਾਈਕ ਆਹਾ ਇਟ ਸਮੈਲਸ ਲਾਈਕ ਆਹਾ ਤਾਂ ਐਕੂਰੇਟ ਕੀ ਹੋ ਗਿਆ 1 ਉਮੀਦ ਹੈ ਤੁਹਾਨੂੰ ਬੜਾ ਵਧੀਆ ਲੱਗ ਰਿਹਾ ਹੋਗਾ ਡੀ ਤੱਕ ਹੋ ਗਿਆ ਆਪਣੇ ਕੋਲ 2 ਪੈਰਾਗ੍ਰਾਫ ਰਹਿ ਗਏ ਜਦੋਂ ਤੁਸੀਂ ਰੀਡਿੰਗ ਨੂੰ ਇਸ ਤਰੀਕੇ ਨਾਲ ਕਰੋਗੇ ਤਾਂ ਪੇਪਰ ਕਿਉਂ ਨਹੀਂ ਕਲੀਅਰ ਹੋਗਾ ਤੁਸੀਂ ਆਪੇ ਸੋਚੋ ਇਕੱਲਾ ਪੈਰਾਗ੍ਰਾਫ ਪੜ੍ਹਨਾ ਹੈ ਪੁੱਤ ਉਸ ਤੋਂ ਬਾਅਦ ਉਹਦਾ ਓਵਰਆਲ ਜਾਂ ਕੱਢਣਾ ਇੱਧਰ ਆ ਕੇ ਮੈਚ ਕਰਨਾ ਹੈ ਤੁਹਾਨੂੰ 110% ਆਨਸਰ ਲੱਭ ਜਾਏਗਾ 2 ਪੈਰਾਗ੍ਰਾਫ ਫਿਨਿਸ਼ ਕਰੀਏ ਕਲਾਸ ਨੂੰ ਕਹਿੰਦਾ Most of the research on smell undertaken on date has been of physical scientific nature. Significant advances have been made in the understanding of the biological and chemical nature of olfaction, but many fundamental questions have yet to be answered. ਹਾਲੇ ਤੱਕ ਹੋਰ ਵੀ ਪਿਆ ਮਤਲਬ ਬਹੁਤ ਸਾਰੇ ਆਨਸਰ ਨੇ ਜਿਹੜੇ ਲੱਭਣੇ ਪਏ ਨੇ ਸਮੈਲ ਨੂੰ ਲੈ ਕੇ ਹਾਲੇ ਤੱਕ ਸਾਨੇ ਲੱਭਿਆ ਨਹੀਂ ਹੈਗਾ ਜੋ ਲੱਭਿਆ ਉਹ ਠੀਕ ਹੈ ਪਰ ਹਾਲੇ ਹੋਰ ਵੀ ਫਿਊਚਰ ਪਿਆ ਇਹਦਾ रिसर्चर हैव स्टिल टू डिसाइड वेदर स्मेल इज 1 सेंस और 2 हल तक रिसर्चर भी नहीं क्लियर कर रहे वे स्मेल 1 है या 2 है 1 रिस्पॉन्डिंग टू ऑर्डर्स प्रॉपर एंड द अदर रजिस्टरिंग ऑर्डर्स केमिकल इन द एयर other unanswered questions are whether the nose is the only part of the body affected by odors ਉਹ ਕਹਿੰਦੇ ਇਕੱਲੇ ਨੱਕ ਤੋਂ ਹੀ ਸਮੈਲ ਹੁੰਦੀ ਹੈ ਜਾਂ ਕਿਵੇਂ and how smell can be measured objectively given a non physical component question like these mean the interest in the psychology of smell is inevitably set to play increasingly important role for researcher ਮਤਲਬ ਰਿਸਰਚਰ ਹਲੇ ਵੀ ਲੱਭ ਰਹੇ ਨੇ ਸਮੈਲ ਦੇ ਉੱਤੇ ਹਲੇ ਵੀ ਰਿਸਰਚ ਹੋ ਰਹੀ ਹੈ ਵੀ ਕੀ ਇਕੱਲੇ ਨੱਕ ਤੋਂ ਹੀ ਸਮੈਲ ਲਈ ਜਾਂਦੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਹਲੇ ਚੀਜ਼ਾਂ ਪਤਾ ਲੱਗਣੀਆਂ ਹਲੇ ਨਹੀਂ ਪਤਾ ਲੱਗੀਆਂ ਤੁਸੀਂ ਆਪੇ ਸੋਚ ਲਓ ਮੈਂ ਆਨਸਰ ਕੱਟਦਾ ਦੇਖੋ ਆਹ ਕੱਟਤਾ ਆਹ ਕੱਟਤਾ ਇਹ ਕੱਟਤਾ ਇਹ ਕੱਟਤਾ ਬਚਿਆ ਕਿਹੜਾ ਦੇਖਿਓ ਸਮੈਲ ਇਜ਼ ਅਵਰ ਸੁਪੀਰੀਅਰ ਸੈਂਸ ਨਾ ਬਿਲਕੁਲ ਵੀ ਨਹੀਂ ਕੋਈ ਡਿਫਾਈਨਿੰਗ ਗਰੁੱਪ ਨਾ ਕੋਈ ਰਿਲੇਸ਼ਨਸ਼ਿਪ ਬ੍ਰੇਨ ਤੇ ਨੋਜ਼ ਦਾ ਨਾ ਕੋਈ ਫਿਊਚਰ ਸਟੱਡੀ ਦੇਖੋ ਫਿਊਚਰ ਸਟੱਡੀਜ਼ ਇਨਟੂ ਸਮੈਲ ਉਹ ਕਹਿੰਦੇ ਹਲੇ ਸਟੱਡੀ ਲੱਗ ਰਿਹਾ ਕਰਨਾ ਹਲੇ ਫਿਊਚਰ ਦੇ ਵਿੱਚ ਕਨਫਰਮ ਹੋਊਗਾ ਵੀ ਸਮੈਲ ਹੈ ਜਿਹੜੀ ਉਹ ਇਕੱਲੇ ਨੋਜ਼ ਤੋਂ ਵੀ ਹੁੰਦੀ ਹੈ ਜਾਂ ਕੋਈ ਬਾਡੀ ਦਾ ਹੋਰ ਪਾਰਟ ਵੀ ਹੈ ਜਿਹੜਾ ਆਰਗਨ ਹੈ ਉਹ ਕੰਮ ਕਰਦਾ ਹੈ ਐਕੂਰੇਟ ਕੀ ਹੋ ਗਿਆ ਜਿਹੜਾ ਪੈਰਾਗ੍ਰਾਫ ਈ ਹੈ ਉਹਦਾ ਆਨਸਰ ਬਣ ਗਿਆ 3rd ਹੁਣ ਆਪਣੇ ਕੋਲੇ ਪਹਿਲਾਂ ਇਹ ਦੇਖੋ ਘੱਟ ਕਿਹੜੇ ਕਿਹੜੇ ਗਏ ਆਪਣੇ ਕੋਲੇ 1 ਗਿਆ 2 ਗਿਆ 3 ਗਏ 4 ਗਏ 5 ਗਏ ਆਪਣੇ ਕੋਲ ਕੀ ਬਚਿਆ ਸਮੈਲ ਇਜ਼ ਅਰ ਸੁਪੀਰੀਅਰ ਸੈਂਸ ਜਾਂ ਰਿਲੇਸ਼ਨਸ਼ਿਪ ਬ੍ਰੇਨ ਤੇ ਨੋਜ਼ ਦਾ ਜਾਂ ਇੰਟਰਪ੍ਰੀਟੇਸ਼ਨ ਸਮੈਲ ਦੀ ਫੈਕਟਰ ਕਿਹੜੇ ਕਿਹੜੇ ਨੇ ਡਿਫਾਈਨਿੰਗ ਗਰੁੱਪ ਕੋਈ ਗਰੁੱਪ ਦੇ ਵਿੱਚ ਗੱਲ ਕਰੀ ਹੋਵੇ ਲਾਸਟ ਹੈ ਉਮੀਦ ਕਰਾਂਗੇ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹ ਵੀ ਫਿਨਿਸ਼ ਕਰੀਏ ਆਪਾਂ ਕਹਿੰਦਾ however smell is not simply a biological and psychological phenomenon ਕੱਲਾ biological ਤੇ psychological ਨਹੀਂ ਹੈਗਾ smell is cultural ਇਹ cultural ਹੈਗਾ hence it is a social and historical phenomenon ਇਹ social ਵੀ ਹੈ ਤੇ historical ਵੀ ਹੈ ਮਤਲਬ ਗਰੁੱਪ 'ਚ ਹੈਗਾ ਇਹ orders are invested with a cultural values ਇਹ 'ਚ cultural values ਵੀ ਹੁੰਦੀਆਂ ਨੇ smell that are considered to be offensive in some culture may be perfectly acceptable in others ਮਤਲਬ ਕਈ ਸਮੈਲ ਨੇ ਕਿਸੇ ਕਲਚਰ ਦੇ ਵਿੱਚ ਉਹ ਬੁਰੀਆਂ ਸਮਝਦੇ ਨੇ ਕਿਸੇ 'ਚ ਚੰਗੀਆਂ ਹੁਣ ਮੰਨ ਕੇ ਚਲੋ ਸ਼ੂ ਪਾਲਿਸ਼ ਹੈ ਕਿਸੇ ਨੂੰ ਤਾਂ ਸਮੈਲ ਬਹੁਤ ਵਧੀਆ ਲੱਗਦੀ ਹੈ ਕਿਸੇ ਨੂੰ ਬਹੁਤ ਬੁਰੀ ਮੀਂਹ ਜਦੋਂ ਪੈਂਦਾ ਉਸ ਤੋਂ ਬਾਅਦ ਮਿੱਟੀ ਦੀ ਸਮੈਲ ਹੈ ਕਿਸੇ ਨੂੰ ਵਧੀਆ ਲੱਗਦੀ ਕਿਸੇ ਨੂੰ ਬੁਰੀ ਮਤਲਬ ਕਈ ਚਾਕਲੇਟ ਨਾ ਆਏ ਹਾਏ ਜਮੀ ਕੋਲਗੇਟ ਵਰਗੀ ਮਤਲਬ ਕਿਸੇ ਨੂੰ ਬਹੁਤ ਵਧੀਆ ਲੱਗੀ ਵਾਓ ਯਾਰ ਜਮਾ ਕੋਲਗੇਟ
ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਅਲੱਗ-ਅਲੱਗ ਕਲਚਰ ਦੇ ਵਿੱਚ ਅਲੱਗ-ਅਲੱਗ ਸਮੈਲ ਦੇ ਫੈਨੋਮਾ ਬਣਿਆ ਹੋਇਆ ਹੈ। ਦੇਅਰਫੋਰ ਆਰ ਸੈਂਸ ਆਫ ਸਮੈਲ ਇਜ਼ ਅ ਮੀਨਸ ਆਫ ਐਂਡ ਮੋਡਲ ਆਫ ਇੰਟਰੈਕਟਿੰਗ ਵਿਦ ਦ ਵਰਲਡ। ਅਸੀਂ ਵਰਲਡ 'ਚ ਇੰਟਰੈਕਟ ਸਮੈਲ ਦੇ ਥਰੂ ਕਰਦੇ ਹਾਂ। ਡਿਫਰੈਂਟ ਸਮੈਲ ਕੈਨ ਪ੍ਰੋਵਾਈਡ ਵਿਦ ਦ ਇੰਟੀਮੇਟ ਦ ਇਮੋਸ਼ਨਲੀ ਚਾਰਜ ਐਕਸਪੀਰੀਅੰਸ ਐਂਡ ਦ ਵੈਲਿਊ ਅਟੈਚ ਆਫ ਥੀਸ ਐਕਸਪੀਰੀਅੰਸ ਇੰਟਰਾਈਜ਼ਡ ਬਾਈ ਦ ਮੈਂਬਰਸ ਆਫ ਸੋਸਾਇਟੀ। ਇਹ ਮੈਂਬਰਸ ਆਫ ਸੋਸਾਇਟੀ ਨਾਲ ਬਿਲਕੁਲ ਜੁੜੀ ਹੋਈ ਗੱਲ ਹੈ। ਮਤਲਬ ਜਿਹੜੀ ਸੈਂਸ ਆਫ ਸਮੈਲ ਹੈ ਉਹ ਕੀ ਹੈ, ਉਹ ਸੋਸ਼ਲ ਹੈ, ਹਿਸਟੋਰੀਕਲ ਹੈ, ਗਰੁੱਪ ਨਾਲ ਜੁੜੀ ਹੋਈ ਹੈ। ਤੁਸੀਂ ਆਪ ਜੁੜੋ। ਹੁਣ ਦੇਖੋ ਬਹੁਤ ਬੱਚਿਆਂ ਨੂੰ ਆ ਤਾਂ ਘੱਟ ਹੀ ਦਿੱਤਾ, ਇਹ ਤਾਂ ਸੁਪੀਰੀਅਰ ਸੈਂਸ ਆ ਹੀ ਨਹੀਂ ਸਕਦਾ। ਕੋਈ ਬ੍ਰੇਨ ਤੇ ਨੋਜ਼, ਜੇ ਬ੍ਰੇਨ ਦੀ ਗੱਲ ਕਰੀ ਸੀ ਨੋਜ਼ ਦੀ ਕਿੱਥੋਂ ਕਰੀਏ, ਤਾਂ ਡੈਫੀਨੇਟਲੀ ਇਹ ਵੀ ਨਹੀਂ ਹੈਗਾ। ਬਚਿਆ 1/5 ਦਾ ਇੰਟਰਪ੍ਰੀਟੇਸ਼ਨ ਆਫ ਸਮੈਲ ਐਜ਼ ਅ ਫੈਕਟਰ ਇਨ ਡਿਫਾਈਨਿੰਗ ਗਰੁੱਪ। ਡਿਫਾਈਨਿੰਗ ਗਰੁੱਪ 'ਚ ਕੀ ਕਰਿਆ ਦੇਖੋ, ਸੋਸ਼ਲੀ ਹੈ ਨਾ, ਦੇਖੋ ਆ ਰਹੇ ਡਿਫਾਈਨਿੰਗ ਗਰੁੱਪ ਬੱਚੇ ਸੋਸ਼ਲ ਹੈ, ਹਿਸਟੋਰੀਕਲ ਫੈਨੋਮਾ ਹੈਗਾ, ਈਵਨ ਮੈਂਬਰ ਆਫ ਸੋਸਾਇਟੀ ਹੈ, ਤਾਂ ਡੈਫੀਨੇਟਲੀ ਗਰੁੱਪਸ ਦੀ ਗੱਲ ਕੀਤੀ ਹੈ। ਮੈਂ ਬਾਰ-ਬਾਰ ਤੁਹਾਨੂੰ ਇੱਕ ਚੀਜ਼ ਦੱਸਦਾ ਹੁਣ, ਲਿਸਟ ਆਫ ਹੈਡਿੰਗ ਕਦੇ ਵੀ ਸਭ ਤੋਂ ਪਹਿਲਾਂ ਨਹੀਂ ਪੜ੍ਹਨੀ। ਸਭ ਤੋਂ ਪਹਿਲਾਂ ਕਰਨਾ ਕੀ ਹੈਗਾ, ਪੈਰਾਗ੍ਰਾਫ ਏ ਪੜ੍ਹੋ, ਮੈਚ ਕਰੋ, ਕੱਟ ਦਿਓ, ਬੀ ਪੜ੍ਹੋ, ਮੈਚ ਕਰੋ, ਕੱਟ ਦਿਓ। ਰੱਬ ਨਾ ਕਰੇ ਜੇ ਕਿਸੇ ਬੱਚੇ ਨਾਲ ਪੇਪਰ ਦੇ ਵਿੱਚ ਇਹ ਹੋਇਆ, ਕਈ ਵਾਰ ਕੀ ਹੁੰਦਾ ਸਮ ਟਾਈਮ ਕਨਫਿਊਜ਼ ਹੋ ਗਿਆ, ਜਾਂ ਇਹ ਆਨਸਰ ਆਊਗਾ ਜਾਂ ਇਹ ਆਨਸਰ ਆਊਗਾ, ਤਾਂ ਉਹਨੂੰ ਪੈਂਡਿੰਗ 'ਚ ਪਾ ਲਓ, ਪਰ ਆਨਸਰ ਨੂੰ ਕਰੋ ਨਾ। ਕਿਉਂਕਿ ਜੇ ਇੱਕ ਗਲਤ ਗਿਆ ਤਾਂ ਦੋ ਗਲਤ ਗਏ। ਔਰ ਜਿਹੜਾ ਬੱਚਾ ਲਿਸਟ ਆਫ ਹੈਡਿੰਗ ਕਰ ਗਿਆ ਨਾ, ਹੁਣ ਤੁਸੀਂ ਇਹ ਦੇਖੋਗੇ 6 ਕੁਐਸਚਨ ਕੀਤੇ ਆ, 6 ਕੁਐਸਚਨ ਜਾਂ 7 ਕੁਐਸਚਨ ਕਰਨ ਦੇ ਲਈ ਮੈਨੂੰ ਸਾਰੇ ਪੈਰੇ ਪੜ੍ਹਨੇ ਪਏ। ਪੂਰੇ ਪੈਸੇਜ ਦੇ ਵਿੱਚ ਘੱਟੋ ਘੱਟ 6-7 ਕੁਐਸਚਨ ਤਾਂ ਪੈਂਡਿੰਗ ਵੀ ਰਹਿ ਗਏ ਨਾ, ਤਾਂ ਤੁਹਾਨੂੰ ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਪਊਗੀ, ਕਿਉਂਕਿ ਲੋਕੇਸ਼ਨ ਤਾਂ ਤੁਸੀਂ ਆਲਰੇਡੀ ਸਾਰੀਆਂ ਪੜ੍ਹੇ ਆਏ, ਤੇ 1 ਜਾਂ 2 ਮਿੰਟ 'ਚ ਤੁਸੀਂ ਬਾਕੀ ਦੇ ਕੁਐਸਚਨ ਵੀ ਕਰ ਦੋਗੇ। ਵੀਡੀਓ ਨੂੰ ਜਿੰਨਾ ਬਣਾਇਆ ਦਿਲੋਂ ਬਣਾਇਆ, ਤਾਂ ਉਮੀਦ ਕਰੂੰਗਾ ਜੋ ਪੜਾਇਆ ਇਕੱਲੇ 20-21 ਮਿੰਟ ਦੇ ਵਿੱਚ ਜੇ ਤੁਹਾਡਾ ਇੱਕ ਟੌਪਿਕ ਕਲੀਅਰ ਹੁੰਦਾ, ਤਾਂ ਇਸ ਤੋਂ ਵਧੀਆ ਹੋਰ ਕੀ ਚੀਜ਼ ਹੋ ਸਕਦੀ ਹੈ। ਤੁਹਾਡੇ ਭਰਾ ਨੂੰ ਮਾਫ ਕਰਿਓ ਜੇ ਕੋਈ ਗਲਤੀ ਕਹੀ ਹੋਵੇ, ਕੁਝ ਵੀ ਬੋਲਿਆ ਗਿਆ ਹੋਵੇ, ਕਿਸੇ ਭੈਣ ਭਰਾ ਨੂੰ ਮੇਰੀ ਗੱਲ ਦਾ ਕਦੇ ਬੁਰਾ ਲੱਗਿਆ ਹੋਵੇ, ਤਾਂ ਹੱਥ ਜੋੜ ਕੇ ਦਿਲੋਂ ਮਾਫੀ ਹੈ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਜ਼ੋਰ ਲੱਗਿਆ ਪਿਆ ਮੇਰਾ ਵੀ ਤੁਹਾਡਾ ਵੀ, ਤੇ ਉਮੀਦ ਕਰੂੰਗਾ ਕਿ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ। ਲਾਈਕ ਕਰਨਾ ਨਾ ਭੁੱਲਿਓ, ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ, ਤੇ ਆਪਣੇ ਮਿੱਤਰ ਪਿਆਰਿਆਂ ਤੋਂ ਸਬਸਕ੍ਰਾਈਬ ਕਰਵਾ ਜ਼ਰੂਰ ਦਿਓ। ਥੈਂਕ ਯੂ ਸੋ ਮਚ, ਲਵ ਯੂ। ਮਿਲਦੇ ਹਾਂ ਅਗਲੀ ਵੀਡੀਓ ਨਾਲ ਜਲਦੀ। ਥੈਂਕ ਯੂ ਸੋ ਮਚ।